ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਗੀਤ ਪ੍ਰੇਮੀਆਂ ਨੂੰ, ਸਾਰੇ ਸਟੂਡੈਂਟਸ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਇਸ ਕਲਾਸ ਦੇ ਵਿੱਚ ਸਮਝਣ ਜਾ ਰਹੇ ਹਾਂ ਕਿ ਸ਼ੁੱਧ ਸੁਰਾਂ ਕਿਹੜੀਆਂ ਹੁੰਦੀਆਂ ਹਨ, ਕੋਮਲ ਸੁਰਾਂ ਕਿਹੜੀਆਂ ਹੁੰਦੀਆਂ ਹਨ, ਤੀਵਰ ਕੀ ਹੁੰਦਾ ਹੈ, ਤੀਵਰ ਸੁਰ ਕਿਹੜੀ ਹੁੰਦੀ ਹੈ, ਇਹਨਾਂ ਦੀ ਜਾਣਕਾਰੀ। ਅਤੇ ਜਦੋਂ ਤੁਹਾਨੂੰ ਅਗਲੇ ਲੈਸਨਸ ਦੇ ਵਿੱਚ ਤੁਸੀਂ ਵੇਖੋਗੇ, ਜਦੋਂ ਰਾਗ ਵਗੈਰਾ ਜਾਂ ਨੋਟੇਸ਼ਨਸ ਜਿਹੜੀਆਂ ਲਿਖੀਆਂ ਹੁੰਦੀਆਂ ਹਨ, ਜੇ ਤੁਸੀਂ ਪਹਿਲਾਂ ਸਮਝਿਆ ਹੋਏਗਾ ਕਿ ਕੋਮਲ ਸੁਰ ਕਿਹੜੀ ਹੁੰਦੀ ਹੈ, ਤੀਵਰ ਸੁਰ ਕਿਹੜੀ ਹੁੰਦੀ ਹੈ, ਤਾਂ ਤੁਹਾਨੂੰ ਨੋਟੇਸ਼ਨ ਸਮਝਣੀ ਬਹੁਤ ਈਜ਼ੀ ਹੋਏਗੀ। ਸੋ ਅਸੀਂ ਸਮਝਦੇ ਹਾਂ ਕਿ ਕੋਮਲ ਸੁਰਾਂ ਕਿਹੜੀਆਂ ਹੁੰਦੀਆਂ ਹਨ, ਸ਼ੁੱਧ ਸੁਰਾਂ ਕਿਹੜੀਆਂ ਹੁੰਦੀਆਂ ਹਨ ਅਤੇ ਤੀਵਰ ਸੁਰਾਂ ਕਿਹੜੀਆਂ ਹੁੰਦੀਆਂ ਹਨ। ਆਓ ਜੀ ਸਟਾਰਟ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਕ ਸਪਤਕ ਦੇ ਵਿੱਚ, ਇੱਕ ਔਕਟਿਵ ਦੇ ਵਿੱਚ 7 ਸ਼ੁੱਧ ਸੁਰਾਂ ਹੁੰਦੀਆਂ ਹਨ। ਇਹ ਸਾਰਿਆਂ ਨੂੰ ਪਤਾ ਹੈ। ਸਾ ਰੇ ਗਾ ਮਾ ਪਾ ਧਾ ਨੀ, ਇਹ 7 ਸੁਰਾਂ ਹੁੰਦੀਆਂ ਹਨ। ਫਿਰ ਅੱਗੋਂ ਸਾ ਅਗਲਾ ਔਕਟਿਵ ਸ਼ੁਰੂ ਹੋ ਜਾਂਦਾ ਹੈ। ਸੋ ਇਹ ਸਾਰੇ 7 ਸੁਰਾਂ ਦੇ ਕੰਬੀਨੇਸ਼ਨ ਨੂੰ ਔਕਟਿਵ ਕਿਹਾ ਜਾਂਦਾ ਹੈ। ਜਦ ਕਿ ਇੱਕ ਔਕਟਿਵ ਦੇ ਵਿੱਚ ਟੋਟਲ 12 ਸੁਰਾਂ ਹੁੰਦੀਆਂ ਹਨ। ਹੁਣ ਤੁਸੀਂ ਕਹੋਗੇ ਕਿ 12 ਸੁਰਾਂ ਕਿਹੜੀਆਂ ਹੁੰਦੀਆਂ ਹਨ? ਉਹਨਾਂ ਦੇ ਵਿੱਚ ਕੁਝ ਡਬਲ ਸੁਰਾਂ ਹੁੰਦੀਆਂ ਹਨ। ਜਿਸ ਤਰ੍ਹਾਂ ਰੇ, ਇਹ 2 ਸੁਰਾਂ ਹਨ। ਗਾ 2 ਸੁਰਾਂ ਹਨ। ਮਾਂ ਦੀਆਂ ਵੀ 2 ਸੁਰਾਂ ਹਨ। ਧਾ, ਜਿਹਨੂੰ ਆਪਾਂ ਧੈਵਤ ਵੀ ਕਹਿੰਦੇ ਹਾਂ, ਇਹ 2 ਸੁਰਾਂ ਹਨ। ਨੀ, ਜਿਹਨੂੰ ਨਿਸ਼ਾਦ ਵੀ ਕਹਿੰਦੇ ਹਨ, ਇਹ ਵੀ 2 ਸੁਰਾਂ ਹਨ। ਸੋ ਇਹ 2 ਸੁਰਾਂ ਹਨ। ਇਹਨਾਂ ਵਿੱਚੋਂ ਇੱਕ ਸੁਰ ਸ਼ੁੱਧ ਹੈ, ਇੱਕ ਸੁਰ ਕੋਮਲ ਅਤੇ ਤੀਵਰ ਵੀ ਹੈ। ਹੁਣ ਇਸ ਨੂੰ ਸਮਝਣਾ ਜ਼ਰੂਰੀ ਹੈ। ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਵੇਖ ਸਕਦੇ ਹੋ, ਇਹ 12 ਦੀ 12 ਸੁਰਾਂ ਹਨ। ਸਾ, ਅੱਗੋਂ ਹੈ ਰੇ, ਫਿਰ ਰੇ, ਗਾ ਮਾਂ ਪਾ ਧਾ ਨੀ ਸਾ। ਕੋਮਲ ਸੁਰਾਂ ਕਹਿੰਦੇ ਹਨ ਜਿਹੜੀ ਸ਼ੁੱਧ ਤੋਂ ਪਹਿਲਾਂ ਸੁਰ ਆਵੇ। ਕੋਮਲ ਸੁਰਾਂ 4 ਹਨ। ਇੱਕ ਸਪਤਕ ਦੇ ਵਿੱਚ 4 ਕੋਮਲ ਸੁਰਾਂ ਹਨ। ਰੇ, ਗਾ, ਧਾ, ਨੀ, ਇਹ 4 ਸੁਰਾਂ ਕੋਮਲ ਹਨ। ਕੋਮਲ ਸੁਰ ਹੁੰਦੀ ਹੈ ਜਿਹੜੀ ਸ਼ੁੱਧ ਸੁਰ ਤੋਂ ਪਹਿਲਾਂ ਆਵੇ, ਅਰਲੀਅਰ ਸੁਰ। ਰੇ ਸ਼ੁੱਧ ਤੋਂ ਪਹਿਲਾਂ ਜਿਹੜੀ ਰੇ ਸੁਰ ਆਏਗੀ ਉਸ ਨੂੰ ਆਪਾਂ ਕੋਮਲ ਕਹਿੰਦੇ ਹਾਂ। ਅਤੇ ਉਸ ਸੁਰ ਦੇ ਥੱਲੇ ਇੱਕ ਲੀਕ ਜੀ ਪਾਈ ਹੁੰਦੀ ਹੈ, ਉਹ ਉਸ ਦੀ ਪਹਿਚਾਣ ਹੁੰਦੀ ਹੈ। ਅਤੇ ਗਾ, ਸ਼ੁੱਧ ਸੁਰ ਜਿਹੜੀ ਗਾ ਹੈ, ਉਸ ਤੋਂ ਪਹਿਲਾਂ ਜਿਹੜੀ ਸੁਰ ਆਉਂਦੀ ਹੈ ਉਹਨੂੰ ਗਾ ਕੋਮਲ ਸੁਰ ਕਹਿੰਦੇ ਹਨ। ਉਹਦੇ ਵੀ ਥੱਲੇ ਇੱਕ ਲੀਕ ਜਦੋਂ ਤੁਹਾਨੂੰ ਵੇਖਣ ਨੂੰ ਮਿਲੇਗੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਇਹ ਗਾ ਕੋਮਲ ਹੈ। ਇਸੇ ਤਰ੍ਹਾਂ ਧਾ ਅਤੇ ਨੀ, ਸ਼ੁੱਧ ਸੁਰਾਂ ਤੋਂ ਪਹਿਲਾਂ ਇਹ ਸੁਰਾਂ ਆਉਂਦੀਆਂ ਹਨ ਜਿਨ੍ਹਾਂ ਦੇ ਥੱਲੇ ਲੀਕ ਜੀ ਪਾਈ ਹੁੰਦੀ ਹੈ। ਇਹ ਪਹਿਚਾਣ ਹੁੰਦੀ ਹੈ। ਇਹ ਇੱਕ ਲਿਪੀ ਹੈ ਸੰਗੀਤ ਦੀ, ਇਹਨੂੰ ਲਿਪੀ ਆਖਦੇ ਹਾਂ ਅਸੀਂ। ਜਿਨ੍ਹਾਂ ਦੇ ਥੱਲੇ ਲੀਕ ਹੋਵੇ ਉਹਨੂੰ ਤੁਸੀਂ ਆਖਦੇ ਹੋ ਕੋਮਲ ਸੁਰ, ਅਤੇ ਇਹ ਸ਼ੁੱਧ ਸੁਰਾਂ ਤੋਂ ਪਹਿਲਾਂ ਆਉਂਦੀਆਂ ਹਨ। ਇੱਕ ਹੁੰਦੀ ਹੈ ਤੀਵਰ ਸੁਰ। ਤੀਵਰ ਸੁਰ ਹੁੰਦੀ ਹੈ ਸ਼ੁੱਧ ਸੁਰ ਤੋਂ ਬਾਅਦ ਵਾਲੀ ਸੁਰ। ਇਹ ਪੂਰੇ ਸਪਤਕ ਦੇ ਵਿੱਚ ਇੱਕ ਸੁਰ ਹੀ ਹੁੰਦੀ ਹੈ। ਉਹ ਹੈ ਮਾਂ, ਜਿਹਨੂੰ ਅਸੀਂ ਮੱਧਮ ਵੀ ਕਹਿੰਦੇ ਹਾਂ। ਸਾ ਰੇ ਗਾ ਮਾਂ, ਇਹ ਜਿਹੜੀ ਮਾਂ ਸੁਰ ਹੈ, ਇਸ ਤੋਂ ਬਾਅਦ ਜਿਹੜੀ ਮਾਂ ਆਉਂਦੀ ਹੈ, ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਇਹਦੇ ਉੱਪਰ ਇੱਕ ਲੀਕ ਪਾਈ ਹੁੰਦੀ ਹੈ। ਇਹਨੂੰ ਕਹਿੰਦੇ ਹਾਂ ਆਪਾਂ ਤੀਵਰ, ਜਿਹੜੀ ਸ਼ੁੱਧ ਸੁਰ ਤੋਂ ਬਾਅਦ ਆਵੇ। ਅਤੇ 2 ਸਟਿਲ ਸੁਰਾਂ ਹੁੰਦੀਆਂ ਹਨ। ਸਟਿਲ ਸੁਰਾਂ ਜਿਹੜੀਆਂ ਹਿਲਦੀਆਂ ਨਹੀਂ ਹੈ, ਉਹ ਹੈ ਸਾ ਅਤੇ ਪਾ। ਇਹ ਉਸੇ ਤਰ੍ਹਾਂ ਅਟਲ ਰਹਿੰਦੀਆਂ ਹਨ। ਬਾਕੀ ਸੁਰਾਂ ਜਿਹੜੀਆਂ ਹਨ ਉਹ 2 ਸੁਰਾਂ ਹਨ, ਇੱਕ ਕੋਮਲ, ਇੱਕ ਸ਼ੁੱਧ ਅਤੇ ਇੱਕ ਤੀਵਰ। ਮੈਂ ਆਸ ਕਰਦਾ ਹਾਂ ਤੁਹਾਨੂੰ ਇਹ ਸਮਝ ਪੈ ਗਈ ਹੋਏਗੀ ਵੀ ਸ਼ੁੱਧ ਸੁਰਾਂ ਕਿਹੜੀਆਂ ਹੁੰਦੀਆਂ ਹਨ ਅਤੇ ਕੋਮਲ ਸੁਰਾਂ ਕਿਹੜੀਆਂ ਹੁੰਦੀਆਂ ਹਨ। ਇਹ ਜਦੋਂ ਤੁਸੀਂ ਕੱਲ੍ਹ ਨੂੰ ਨੋਟੇਸ਼ਨ ਕੋਈ ਪੜ੍ਹਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦੇ ਥੱਲੇ ਜਿਹੜੀ ਲੀਕ ਪਾਈ ਹੋਈ ਹੈ ਇਹ ਕੋਮਲ ਸੁਰ ਹੈ। ਅਤੇ ਜਦੋਂ ਅਸੀਂ ਉੱਤੇ ਨੂੰ ਜਾਂਦੇ ਹਾਂ, ਸਾ ਰੇ ਗਾ ਮਾ ਪਾ ਧਾ ਨੀ ਸਾ, ਜਿਹੜੀ ਉੱਪਰ ਸਾ ਹੈ ਉਹਦੇ ਉੱਤੇ ਬਿੰਦੀ ਹੁੰਦੀ ਹੈ। ਦੈਟ ਮੀਨ ਕਿ ਇਹ ਉੱਪਰਲੇ ਸਪਤਕ ਦਾ ਸਾ ਹੈ, ਤਾਰ ਸਪਤਕ ਦਾ ਸੁਰ ਹੈ। ਸਾ ਰੇ ਗਾ ਰੇ ਸਾ ਰੇ ਗਾ ਮਾ ਗਾ ਰੇ ਸਾ। ਜੇ ਅਗਰ ਇਹ ਸੁਰਾਂ ਲਗਾ ਰਿਹਾ ਹਾਂ ਤਾਂ ਇਹਨਾਂ ਦੇ ਉੱਤੇ ਬਿੰਦੀ ਹੋਏਗੀ।
ਉਹ ਬਿੰਦੀ ਸਾਨੂੰ ਇਹ ਸੰਕੇਤ ਦਿੰਦੀ ਹੈ ਕਿ ਇਹ ਤਾਰ ਸਪਤਕ ਦਾ ਸੁਰ ਹੈ। ਤੇ ਜੇ ਸੁਰ ਥੱਲੇ ਨੂੰ ਹੋਵੇ ਮੰਦਰ ਸਪਤਕ ਦਾ ਸਾ ਨੀ ਧਾ ਪਾ, ਤੇ ਉਹਦੇ ਥੱਲੇ ਬਿੰਦੀ ਲੱਗੀ ਹੋਏਗੀ। ਜਿਹੜੇ ਸੁਰ ਦੇ ਥੱਲੇ ਬਿੰਦੀ ਲੱਗੀ ਹੋਈ ਹੈ ਉਹ ਥੱਲੇ ਦਾ ਮੰਦਰ ਸਪਤਕ ਦਾ ਸੁਰ ਹੋਏਗਾ। ਜਿਹੜੇ ਸੁਰ ਦੇ ਉੱਤੇ ਬਿੰਦੀ ਹੁੰਦੀ ਹੈ ਉਹ ਤਾਰ ਸਪਤਕ ਦਾ ਸੁਰ ਹੈ। ਜਿਹਦੇ ਤੇ ਕੋਈ ਬਿੰਦੀ ਨਹੀਂ ਹੋਏਗੀ ਉਹ ਸਮਝੋ ਜਿਹੜਾ ਮੱਧ ਸਪਤਕ ਹੈ, ਤੁਹਾਡਾ ਸਕੇਲ ਹੈ, ਓਕਟੇਵ ਹੈ, ਇਹ ਉਸ ਦਾ ਸੁਰ ਹੈ। ਤੇ ਜਿਹਦੇ ਥੱਲੇ ਲਕੀਰ ਹੈ, ਜਿਹਦੇ ਉੱਪਰ ਲਕੀਰ ਹੈ, ਉਹ ਕੋਮਲ ਸੁਰ ਤੇ ਤੀਵਰ ਸੁਰ ਹੋਏਗੀ। ਸੋ ਮੈਂ ਆਸ ਕਰਦਾ ਹਾਂ ਤੁਹਾਨੂੰ ਇਹ ਸਾਰੀ ਡਿਟੇਲ ਦਾ ਪਤਾ ਲੱਗ ਗਿਆ ਹੋਵੇਗਾ। ਤੁਹਾਨੂੰ ਰੀਡ ਕਰਨਾ ਕੱਲ੍ਹ ਨੂੰ ਹੋਰ ਆਸਾਨ ਹੋਏਗਾ। ਕੋਈ ਵੀ ਨੋਟੇਸ਼ਨ, ਕੋਈ ਵੀ ਚੀਜ਼ ਲਿਖੀ ਹੋਈ ਸੰਗੀਤ ਦੇ ਵਿੱਚ ਤੁਹਾਨੂੰ ਈਜ਼ਲੀ ਸਮਝ ਵਿੱਚ ਆ ਜਾਏਗੀ। ਆਪਾਂ ਹੋਰ ਡਿਟੇਲ ਦੇ ਵਿੱਚ ਅੱਗੇ ਵੀ ਗੱਲਾਂ ਕਰਦੇ ਰਹਾਂਗੇ। ਅੱਜ ਦੇ ਲਈ ਤੁਸੀਂ ਇਤਨਾ ਲੈਸਨ ਕਬੂਲ ਕਰਿਓ ਜੀ, ਅਤੇ ਇਹ ਚੀਜ਼ਾਂ ਯਾਦ ਰੱਖਿਓ। ਇਹ ਵੀ ਇੱਕ ਰਿਆਜ਼ ਹੈ, ਇਹਨੂੰ ਰੋਜ਼ਾਨਾ ਦਿਮਾਗ ਦੇ ਵਿੱਚ ਰੱਖਣਾ, ਇਸ ਲਿਪੀ ਨੂੰ ਯਾਦ ਰੱਖਣਾ। ਜਿਵੇਂ ਸਾਨੂੰ ਪਤਾ ਹੈ ਕਿ ਪੰਜਾਬੀ ਲਿਪੀ ਕੀ ਹੈ, ਇੰਗਲਿਸ਼ ਲਿਪੀ ਕੀ ਹੈ, ਉਸੇ ਤਰ੍ਹਾਂ ਸੰਗੀਤ ਦੀ ਵੀ ਇਹ ਲਿਪੀ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਹੋਰ ਲਿਪੀਆਂ 'ਤੇ ਵੀ ਆਪਾਂ ਅੱਗੇ ਗੱਲਾਂ ਕਰਾਂਗੇ, ਪਰ ਅੱਜ ਦੇ ਲਈ ਇਹ ਲੈਸਨ ਤੁਸੀਂ ਯਾਦ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।